अस्सलाम वालेकुम शानी जट वी लॉग ਦੇ ਵਿੱਚ ਤੁਹਾਨੂੰ ਬਹੁਤ ਖੁਸ਼ ਆਮਦੇਦ। ਮੇਰੀ ਦੁਆ ਹੈ ਕਿ ਤੁਸੀਂ ਜਿੱਥੇ ਵੀ ਆਬਾਦ ਹੋ ਅੱਲਾਹ ਪਾਕ ਤੁਹਾਨੂੰ ਆਪਣੀ ਹਿਫਜ਼ ਅਮਾਨ ਦੇ ਵਿੱਚ ਰੱਖੇ ਆਮੀਨ। ਮੇਰੇ ਉਹ ਦੋਸਤ ਜਿਹੜੇ ਪਹਿਲੀ ਵਾਰੀ ਮੇਰੇ ਚੈਨਲ ਦੇ ਵਿੱਚ ਆਏ ਨੇ ਉਹਨਾਂ ਕੋਲੋਂ ਗੁਜ਼ਾਰਿਸ਼ ਹੈ ਕਿ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਤੇ ਬੈਲ ਦਾ ਜਿਹੜਾ ਨਿਸ਼ਾਨ ਹੈ ਉਹਨੂੰ ਤੁਸੀਂ ਦਬਾ ਦਿਓ ਤਾਂ ਕਿ ਮੇਰਾ ਵੀਲੌਗ ਬਰ ਵਕਤ ਤੁਹਾਡੇ ਤੱਕ ਪਹੁੰਚ ਜਾਏ ਤੇ ਕਮੈਂਟ ਕਰੋ ਲੇਕਿਨ ਜ਼ਰਾ ਤਹਿਜ਼ੀਬ ਦੇ ਦਾਇਰੇ ਨਾਲ। ਅੱਜ ਦੀਆਂ ਖਬਰਾਂ ਜਿਹੜੀਆਂ ਨੇ ਉਹ ਵੀ ਬੜੀ ਗਰਮਾ ਗਰਮ ਹੈਗੀਆਂ ਨੇ ਤੇ ਉਹਦੀਆਂ ਤੁਸੀਂ ਹੈਡਲਾਈਨ ਪਹਿਲੇ ਸੁਣ ਲਓ। ਸਭ ਤੋਂ ਪਹਿਲੀ ਜਿਹੜੀ ਖਬਰ ਹੈਗੀ ਏ ਉਹ ਹੈਗੀ ਏ ਕਿ ਵਜ਼ੀਰ ਆਜ਼ਮ ਪਾਕਿਸਤਾਨ ਮੀਆਂ ਸ਼ਹਬਾਜ਼ ਸ਼ਰੀਫ ਸਾਹਿਬ ਦਾ ਦੌਰਾ ਹੈ ਸਾਊਦੀ ਅਰਬ ਤੇ ਉਹ ਤੋਂ ਬਾਅਦ ਉਹਨਾਂ ਨੇ ਦੌਰਾ ਕਰਨਾ ਹੈ ਕਤਰ ਦਾ ਤੇ ਟਰਕੀਆ ਦਾ। ਤੇ ਫੀਲਡ ਮਾਰਸ਼ਲ ਜਨਰਲ ਆਸਿਮ ਮੁਨੀਰ ਸ਼ਾਹ ਸਾਹਿਬ ਉਹ ਪਹੁੰਚ ਗਏ ਨੇ ईरान ਦੇ ਹੰਗਾਮੀ ਦੌਰੇ ਤੇ। ਇਹਦੇ ਉੱਤੇ ਗੱਲ ਕਰਾਂਗੇ। ਦੂਸਰੀ ਜਿਹੜੀ ਖਬਰ ਹੈ ਉਹ ਹੈਗੀ ਹੈ ਬਰਤਾਨੀਆ ਤੋਂ ਇੱਕ ਬੜੀ ਜ਼ਬਰਦਸਤ ਕਿਸਮ ਦੀ ਖਬਰ ਆਈ ਹੈ ਕਿ ਬ੍ਰਿਟਿਸ਼ ਪਾਰਲੀਮੈਂਟੇਰੀਅਨ ਜਿਹੜੇ ਨੇ ਉਹਨਾਂ ਨੇ ਇੱਕ ਕਰਾਰਦਾਦ ਪੇਸ਼ ਕੀਤੀ ਹੈ ਆਪਣੀ ਐਵਾਨ ਦੇ ਵਿੱਚ ਤੇ ਉਹਦੇ ਉੱਤੇ ਜ਼ਿਕਰ ਕਰਾਂਗੇ ਕਿ ਉਹਨਾਂ ਨੇ ਪਾਕਿਸਤਾਨ ਦੇ ਹਵਾਲੇ ਨਾਲ ਕੀ ਗੁਫ਼ਤਗੂ ਕੀਤੀ ਹੈ ਪਾਰਲੀਮੈਂਟੇਰੀਅਨ ਨੇ ਇਨਕਲੂਡਿੰਗ ਪ੍ਰਾਈਮ ਮਿਨਿਸਟਰ ਆਫ UK। ਤੀਸਰੀ ਖਬਰ ਹੈਗੀ ਹੈ ਜਨਾਬ ਕਿ ਇਹ ਸਮਝ ਲਓ ਕਿ ਬਹੁਤ ਹੀ ਜਿਹੜੀ ਨਾ ਕਿ ਅਫਸੋਸ ਵਾਲੀ ਖਬਰ ਹੈਗੀ ਹੈ ਕਿ UK ਦੇ ਵਿੱਚ ਜੀ ਜਨਾਬ UK ਦੇ ਵਿੱਚ ਜਿਹੜਾ ਹੈਗਾ ਨਾ ਸਭ ਤੋਂ ਜ਼ਿਆਦਾ ਪਾਕਿਸਤਾਨੀ ਹਮ ਜਿਨਸ ਪ੍ਰਸਤੀ ਦੇ ਵਿੱਚ ਮੁਬਤਲਾ ਹੋ ਰਹੇ ਨੇ। ਠੀਕ ਹੈ, ਪਾਕਿਸਤਾਨੀ ਹਮ ਜਿਨਸ ਪ੍ਰਸਤ ਜਿਹੜੇ ਨੇ ਨਾ ਉਹ ਜਿਹਨੂੰ ਕਿ ਅਸੀਂ ਕੌਮੇ ਲੂਤ ਵੀ ਕਹਿੰਦੇ ਹਾਂ। ਠੀਕ ਹੈ, ਤੇ ਇਹ ਕੀ ਚੱਕਰ ਹੈ ਇਹਦੇ ਬਾਰੇ ਵੀ ਤੁਹਾਡੇ ਨਾਲ ਜਿਹੜਾ ਨਾ ਗੱਲਬਾਤ ਕਰਨੀ ਹੈ। ਤੇ ਚੌਥੀ ਖਬਰ ਹੈਗੀ ਹੈ ਜਨਾਬ ਕਿ PTI ਦੇ ਵਿੱਚ ਇਖਤਲਾਫਾਤ ਸ਼ਿੱਦਤ ਅਖਤਿਆਰ ਕਰ ਗਏ ਨੇ। ਇਮਰਾਨ ਖਾਨ ਦੀਆਂ ਜਿਹੜੀਆਂ ਭੈਣਾਂ ਨੇ ਅਲੀਮਾ ਖਾਨ, ਨੌਰੀਨ ਖਾਨ ਤੇ ਉਜ਼ਮਾ ਖਾਨ ਤੇ ਇਹਨਾਂ ਨੇ ਫੱਡਾ ਪਾ ਲਿਆ ਜਿਹੜਾ ਜਨਰਲ ਸੈਕਟਰੀ ਹੈਗਾ ਸਲਮਾਨ ਅਕਰਮ ਰਾਜਾ ਤੇ ਉਹਦੇ ਨਾਲ ਫੱਡਾ ਪਾ ਲਿਆ। ਇਹ ਕੀ ਚੱਕਰ ਹੈ ਇਹਦੇ ਉੱਤੇ ਵੀ ਅਸੀਂ ਗੁਫ਼ਤਗੂ ਕਰਨੇ ਹਾਂ। ਸਭ ਤੋਂ ਪਹਿਲੇ ਆਨੇ ਅਸੀਂ ਆਪਣੀ ਪਹਿਲੀ ਖਬਰ ਤੇ। ਪਹਿਲੀ ਖਬਰ ਇਹ ਹੈਗੀ ਹੈ ਜਨਾਬ ਕਿ ਜਿਹੜੇ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਹੈਗੇ ਨੇ ਜਿਹੜੇ ਕੈਪਟਨ ਆਫ ਪਾਕਿਸਤਾਨ ਨੇ ਜਨਾਬ ਮੀਆਂ ਸ਼ਹਬਾਜ਼ ਸ਼ਰੀਫ ਸਾਹਿਬ ਉਹ ਸਾਊਦੀ ਅਰਬ ਦੇ ਦੌਰੇ ਤੇ ਚਲੇ ਗਏ ਨੇ ਤੇ ਉੱਥੇ ਜਨਾਬ ਉਹਨਾਂ ਨੇ ਜਾ ਕੇ ਮੀਟਿੰਗ ਕੀਤੀ ਹੈ। ਬੜੀ ਅਹਿਮ ਮੀਟਿੰਗ ਹੈਗੀ ਹੈ ਜਿਹੜੀ ਕਿ ਸਲਮਾਨ ਜਿਹੜੇ ਹੈਗੇ ਨੇ ਮੁਹੰਮਦ ਬਿਨ ਸਲਮਾਨ ਸਾਹਿਬ ਉਹਨਾਂ ਦੇ ਨਾਲ 2 ਘੰਟੇ ਦੀ ਉਹਨਾਂ ਨੇ ਮੀਟਿੰਗ ਕੀਤੀ ਹੈ ਤੇ ਉਹਨਾਂ ਨੇ ਜੋ ਮੁਜ਼ਾਕਰਾਤ ਹੋਏ ਨੇ ਇਸਲਾਮਾਬਾਦ ਵਿੱਚ ਈਰਾਨ ਤੇ ਅਮਰੀਕਾ ਦੇ ਦਰਮਿਆਨ ਉਹਦੇ ਬਾਰੇ 'ਚ ਸਾਰੇ ਉਹਨਾਂ ਨੇ ਦੱਸਿਆ ਕਿ ਹਾਂ ਬਈ ਗੱਲ ਕਿੱਥੋਂ ਤੱਕ ਪਹੁੰਚੀ ਹੈ ਤੇ ਕਿੰਨੀ ਕੁ ਰਹਿ ਗਈ ਹੈ, ਕੀ ਹਿਸਾਬ ਕਿਤਾਬ ਹੈ। ਤੇ ਜਿਹੜੇ ਹੈਗੇ ਨੇ ਮੁਹੰਮਦ ਬਿਨ ਸਲਮਾਨ ਸਾਹਿਬ ਉਹਨਾਂ ਨੇ ਸ਼ਹਬਾਜ਼ ਸ਼ਰੀਫ ਸਾਹਿਬ ਦੀ ਐਫਰਟ ਨੂੰ ਬਹੁਤ ਜ਼ਿਆਦਾ ਐਪਰੀਸ਼ੀਏਟ ਕੀਤਾ ਤੇ ਪਾਕਿਸਤਾਨ ਦੇ ਜਿਹੜਾ ਕਿਰਦਾਰ ਹੈ ਜਿਹੜਾ ਸਾਲਸੀ ਦਾ ਕਿਰਦਾਰ ਹੈ ਉਹਨੂੰ ਜਿਹੜਾ ਨਾ ਬਹੁਤ ਕਦਰ ਦੀ ਨਿਗਾਹ ਦੇ ਨਾਲ ਦੇਖ ਰਿਹਾ ਸਾਊਦੀ ਅਰਬ। ਤੇ ਸਾਊਦੀ ਅਰਬ ਨੇ ਤੁਹਾਨੂੰ ਪਤਾ ਹੈ ਕਿ ਜਿਸ ਤਰ੍ਹਾਂ ਵਾਅਦਾ ਕੀਤਾ ਹੋਇਆ ਪਾਕਿਸਤਾਨ ਦੇ ਨਾਲ ਕਿ UAE ਨੇ ਜੇ ਕਿ ਆਪਣੇ ਜਿਹੜੇ ਨੇ 3.5 ਅਰਬ ਡਾਲਰ ਜਿਹੜੇ ਨੇ ਉਹਨੇ ਵਾਪਸ ਮੰਗਵਾ ਲਏ ਨੇ ਕਿ ਜਿਹੜੇ ਪਾਕਿਸਤਾਨ ਨੇ ਜਿਹੜੇ ਨੇ ਮੇਰਾ ਖਿਆਲ ਹੈ ਕੱਲ੍ਹ ਜਾਂ ਪਰਸੋਂ ਦੇ ਦੇਣੇ ਨੇ ਜਾਂ ਦੇ ਦਿੱਤੇ ਨੇ। ਤੇ ਉਹ ਹੁਣ ਸਾਊਦੀ ਅਰਬ ਨੇ ਆਪਣਾ ਵਾਅਦਾ ਪੂਰਾ ਵੀ ਕਰਨਾ ਹੈ ਤੇ ਇਨਸ਼ਾ ਅੱਲਾਹ ਤਾਲਾ 1-2 ਦਿਨਾਂ ਤੱਕ ਜਿਹੜਾ ਹੈਗਾ ਨਾ ਉਹ ਆਪਣੇ ਵੱਲੋਂ ਜਿਹੜੇ 3 ਅਰਬ ਡਾਲਰ ਉਹਨੇ ਜਿਹੜੀ ਹਾਮੀ ਭਰੀ ਹੈ ਕਿ ਉਹ ਪਾਕਿਸਤਾਨ ਦੇ ਖਜ਼ਾਨੇ ਦੇ ਵਿੱਚ ਰਖਵਾਏਗਾ ਉਹ ਇਨਸ਼ਾ ਅੱਲਾਹ ਤਾਲਾ 1-2 ਦਿਨਾਂ ਤੱਕ ਜਿਹੜਾ ਨਾ ਟ੍ਰਾਂਸਫਰ ਕਰ ਦੇਗਾ ਪਾਕਿਸਤਾਨ ਦੇ ਖਜ਼ਾਨੇ ਦੇ ਵਿੱਚ। ਫਿਰ ਉਹ ਤੋਂ ਬਾਅਦ ਸ਼ਹਬਾਜ਼ ਸ਼ਰੀਫ ਸਾਹਿਬ ਕਤਰ ਜਾਣਗੇ ਤੇ ਟਰਕੀਆ ਜਾਣਗੇ ਤੇ ਉਧਰ ਵੀ ਜਾ ਕੇ ਜਿਹੜਾ ਨਾ ਉਹਨਾਂ ਨੂੰ ਵੀ ਇਤਮਾਦ ਦੇ ਵਿੱਚ ਲੈਣਗੇ ਤੇ ਜਿਹੜੀ ਕਾਰਵਾਈ ਹੋਈ ਹੈ ਇਸਲਾਮਾਬਾਦ ਦੇ ਵਿੱਚ ਤੇ ਉਹ ਸਾਰੀ ਡਿਟੇਲ ਨਾਲ ਬਿਆਨ ਕਰਾਂਗੇ ਤੇ ਫਿਰ ਦੇਖੋ ਅੱਗੋਂ ਕਤਰ ਤੇ ਟਰਕੀਆ ਦਾ ਕੀ ਰਿਸਪੌਂਡ ਆਉਂਦਾ ਹੈ। ਪੂਰੀ ਦੁਨੀਆ ਇਸ ਟਾਈਮ ਜਿਹੜਾ ਨਾ ਪਾਕਿਸਤਾਨ ਦੇ ਕਿਰਦਾਰ ਨੂੰ ਸਰਾਹ ਰਹੀ ਹੈ ਤੇ ਐਪਰੀਸ਼ੀਏਟ ਕਰ ਰਹੀ ਹੈ ਕਿ ਬਈ ਤੁਹਾਡਾ ਕਿਰਦਾਰ ਬਹੁਤ ਜ਼ਬਰਦਸਤ ਹੈ ਜਿਸ ਤਰ੍ਹਾਂ ਤੁਸੀਂ ਕੰਮ ਕਰ ਰਹੇ ਹੋ। ਜਨਾਬ ਫੀਲਡ ਮਾਰਸ਼ਲ ਸਾਹਿਬ ਜਿਹੜੇ ਆਪਣੇ ਹੈਗੇ ਨੇ ਜਨਰਲ ਆਸਿਮ ਮੁਨੀਰ ਸਾਹਿਬ ਉਹ ਟਰਕੀਆ ਚਲੇ ਗਏ ਨੇ ਤੇ ਅਬਾਸ ਅਰਾਚੀ ਸਾਹਿਬ ਜਿਹੜੇ ਵਜ਼ੀਰ ਖਾਰਜਾ ਨੇ ਈਰਾਨ ਦੇ ਉਹਨਾਂ ਨੇ ਜਨਾਬ ਪੁਰਜੋਸ਼ ਜਿਹੜਾ ਨਾ ਇਸਤਕਬਾਲ ਕੀਤਾ ਤੇ ਆਸਿਮ ਮੁਨੀਰ ਸਾਹਿਬ ਜਿਹੜੇ ਨੇ ਉਹ ਤੇ ਗਏ ਤੇ ਯਾਨੀ ਕਿ ਆਮ ਤਿਆਰੇ ਦੇ ਵਿੱਚ ਗਏ ਨੇ ਲੇਕਿਨ
ਉਹਨਾਂ ਨੂੰ ਜਿਹੜਾ ਤੇ ਉਹਨਾਂ ਦੇ ਤਿਆਰੇ ਨੂੰ ਜਿਹੜਾ ਯਾਨੀ ਕਿ ਹਿਸਾਰ ਦੇ ਵਿੱਚ ਲਿੱਤਾ ਹੈ, ਉਹਦੀ ਹਿਫਾਜ਼ਤ ਕੀਤੀ ਹੈ, ਉਹ ਪਾਕਿਸਤਾਨ ਦੇ ਜੈਟ ਤਿਆਰੀਆਂ ਨੇ ਕੀਤੀ ਹੈ। ਤੁਹਾਨੂੰ ਪਤਾ ਹੈ ਕਿ ਜੰਗ ਲੱਗੀ ਹੋਈ ਹੈ ਤੇ ਇਜ਼ਰਾਈਲ ਜਿਹੜਾ ਨਾ ਕੋਈ ਕੋਈ ਚਵਲ ਮਾਰੇਗਾ, ਕੋਈ ਨਾ ਕੋਈ ਜਿਹੜਾ ਨਾ ਸ਼ਰਾਰਤ ਕਰੇਗਾ ਤੇ ਇਸ ਤਰ੍ਹਾਂ ਦਾ ਕੋਈ ਕੰਮ ਕਰ ਸਕਦਾ ਕਿ ਜਿਹਦੀ ਵਜ੍ਹਾ ਨਾਲ ਜਿਹੜਾ ਨਾ ਕਿ ਕਿਸੇ ਦੀ ਜਾਨ ਨੂੰ ਜਾਂ ਕਿਸੇ ਤਿਆਰੇ ਨੂੰ ਨੁਕਸਾਨ ਪਹੁੰਚ ਸਕਦਾ। ਤੇ ਲਿਹਾਜ਼ਾ ਆਸਿਮ ਮੁਨੀਰ ਸਾਹਿਬ ਜਿਹੜਾ ਨਾ ਰਿਸਕ ਲੈ ਕੇ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾ ਕੇ ਤੇ ਈਰਾਨ ਪਹੁੰਚੇ ਨੇ, ਲੇਕਿਨ ਉਹਨਾਂ ਦੇ ਜਹਾਜ਼ ਨੂੰ ਜਿਹੜਾ ਨਾ ਪਾਕਿਸਤਾਨ ਦੇ ਜੈਟ ਤਿਆਰੀਆਂ ਨੇ ਆਪਣੇ ਹਿਸਾਰ 'ਚ ਲਿੱਤਾ, ਹਿਫਾਜ਼ਤ 'ਚ ਲੈ ਕੇ ਤੇ ਈਰਾਨ ਦੇ ਵਿੱਚ ਪਹੁੰਚਾਇਆ। ਤੇ ਉੱਥੇ ਜਨਾਬ ਫੀਲਡ ਮਾਰਸ਼ਲ ਸਾਹਿਬ ਜਿਹੜੇ ਨੇ ਅਮਨ ਦਾ ਪੈਗਾਮ ਲੈ ਕੇ ਗਏ ਨੇ ਤੇ ਉਹ ਦੇਖੋ ਹੁਣ ਉੱਥੇ ਕੀ ਕਾਰਵਾਈ ਹੁੰਦੀ ਹੈ, ਕੀ ਗੱਲਬਾਤ ਹੁੰਦੀ ਹੈ। ਜੋ ਹੀ ਹੁਣ ਉੱਥੋਂ ਕੋਈ ਖਬਰ ਆਉਂਦੀ ਹੈ ਤੇ ਇਨਸ਼ਾਅੱਲਾ ਤਾਲਾ ਜਿਹੜਾ ਨਾ ਉਹ ਫਿਰ ਤੁਹਾਡੇ ਅੱਗੇ ਗੋਸ਼-ਗੁਜ਼ਾਰ ਕਰਨੇ ਆ। ਜਿਹੜੀਆਂ ਖਬਰਾਂ ਆ ਰਹੀਆਂ ਨੇ ਅਮਰੀਕਾ ਵੱਲੋਂ ਜਿਹੜੀਆਂ ਖਬਰਾਂ ਆ ਰਹੀਆਂ ਨੇ ਉਹ ਇਹੀ ਹੈਗਾ ਕਿ ਜਿਹੜਾ ਇਨਰਿਚ ਹੈਗਾ, ਜਿਹਨੂੰ ਕਿ ਯੂਰੇਨੀਅਮ ਕਹਿੰਦੇ ਨੇ, ਉਹ ਈਰਾਨ ਜਿਹੜਾ ਬਣਾ ਰਿਹਾ ਹੈ। ਅਮਰੀਕਾ ਕਹਿੰਦਾ ਕਿ ਜੀ ਕਿ ਇਹ 20 ਸਾਲ ਤੱਕ ਜਿਹੜਾ ਨਾ ਇਹ ਬੰਦ ਕਰੇ, ਕਿ 20 ਸਾਲ ਤੱਕ ਇਹ ਨਾ ਹੀ ਬਣਾਏ। ਤੇ ਈਰਾਨ ਕਹਿੰਦਾ ਕਿ ਜੀ ਮੈਂ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਨਾ 5 ਸਾਲ ਦੀ ਜਿਹੜਾ ਨਾ ਬੰਦਿਸ਼ ਬਰਦਾਸ਼ਤ ਕਰ ਸਕਦਾ, ਕਿ 5 ਸਾਲ ਤੱਕ ਮੈਂ ਨਹੀਂ ਬਣਾਵਾਂਗਾ, ਲੇਕਿਨ 20 ਸਾਲ ਬਹੁਤ ਜ਼ਿਆਦਾ। ਤੇ ਮੈਂ ਜਿੱਥੋਂ ਤੱਕ ਸਮਝ ਰਿਹਾ ਕਿ ਆਸਿਮ ਮੁਨੀਰ ਸਾਹਿਬ ਜਿਹੜੇ ਨੇ ਨਾ ਆਪਣੀ ਤਜਵੀਜ਼ ਲੈ ਕੇ ਗਏ ਨੇ ਕਿ ਉਹ ਈਰਾਨ ਨੂੰ ਜਿਹੜਾ ਨਾ ਰਾਜ਼ੀ ਕਰਨਗੇ ਕਿ ਇਹਨੂੰ ਜਿਹੜਾ ਨਾ 5 ਸਾਲ ਤੋਂ ਵਧਾ ਕੇ ਹੋ ਸਕਦਾ ਸ਼ਾਇਦ 10 ਸਾਲ ਕਰ ਦੇਣ ਜਾਂ 12 ਸਾਲ ਕਰ ਦੇਣ, ਲੇਕਿਨ 20 ਸਾਲ ਤੇ ਉਹ ਇੰਪੋਸੀਬਲ ਹੈ, ਉਹ ਨਹੀਂ ਹੋ ਸਕਦਾ ਕਿ 20 ਸਾਲ ਦੀ ਜਿਹੜੀ ਨਾ ਸ਼ਰਤ ਨਹੀਂ ਮੰਨੀ ਜਾਏਗੀ। ਲੇਕਿਨ ਇਹਦਾ ਜਿਹੜਾ ਵਿਚਲਾ ਰਸਤਾ ਕੱਢਣ ਦੀ ਕੋਸ਼ਿਸ਼ ਕਰਨਗੇ ਉਹ ਇਹੀ ਹੋਏਗਾ ਕਿ ਜਾਂ 10 ਸਾਲ ਹੋਏਗਾ ਜਾਂ 12 ਸਾਲ ਹੋਏਗਾ ਜਾਂ 15 ਸਾਲ, ਇਸ ਤੋਂ ਜ਼ਿਆਦਾ ਨਹੀਂ ਹੋਏਗਾ। ਤੇ ਮੈਨੂੰ ਉਮੀਦ ਹੈ ਕਿ ਫੀਲਡ ਮਾਰਸ਼ਲ ਸਾਹਿਬ ਜਿਹੜੇ ਨੇ ਨਾ ਉਹ ਕੀ ਨਾਂ ਲਈਦਾ ਈਰਾਨ ਨੂੰ ਜਿਹੜਾ ਨਾ ਮਨਾ ਲੈਣਗੇ। ਤੇ ਇਨਸ਼ਾਅੱਲਾ ਤਾਲਾ ਦੇਖੋ ਕੀ ਹੁੰਦਾ ਹੈ, ਜੋ ਅਪਡੇਟ ਹੋਏਗੀ, ਜੋ ਖਬਰ ਹੈਗੀ ਇਨਸ਼ਾਅੱਲਾ ਤਾਲਾ ਤੁਹਾਡੇ ਅੱਗੇ ਦੱਸਾਂਗੇ। ਜਨਾਬ ਦੂਸਰੀ ਖਬਰ ਜਿਹੜੀ ਕਿ ਬ੍ਰਿਟਿਸ਼ ਪਾਰਲੀਮੈਂਟੇਰੀਅਨ ਤੋਂ ਆਈ ਹੈ ਕਿ ਯੂਕੇ ਦੀ ਜਿਹੜੀ ਪਾਰਲੀਮੈਂਟ ਹੈਗੀ ਹੈ, ਉਹਨਾਂ ਦੇ ਜਿਹੜੇ ਸਾਰੇ ਪਾਰਲੀਮੈਂਟੇਰੀਅਨਸ ਨਾ, ਜਿਨ੍ਹਾਂ ਦੇ ਸਾਡੇ ਪਾਕਿਸਤਾਨੀ ਆਜ਼ਾਦ ਪਾਰਲੀਮੈਂਟੇਰੀਅਨ ਵੀ ਹੈਗੇ ਨੇ ਤੇ ਬਾਕੀ ਜਿਹੜੇ ਗੋਰੇ ਪਾਰਲੀਮੈਂਟੇਰੀਅਨ ਇਨਕਲੂਡਿੰਗ ਪ੍ਰਾਈਮ ਮਿਨਿਸਟਰ ਤੇ ਇਨਕਲੂਡਿੰਗ ਓਪੋਜੀਸ਼ਨ ਲੀਡਰ, ਜਨਾਬ ਇਹਨਾਂ ਸਭ ਨੇ ਪਾਕਿਸਤਾਨ ਦੀ ਇੰਨੀ ਤਾਰੀਫ ਕੀਤੀ ਹੈ, ਉਹਨਾਂ ਦੇ ਕਿਰਦਾਰ ਦੀ ਇੰਨੀ ਤਾਰੀਫ ਕੀਤੀ ਹੈ ਕਿ ਤੁਸੀਂ ਯਕੀਨ ਮੰਨੋ ਕਿ ਯਾਨੀ ਕਿ ਬਹਿਸੀਅਤ ਤੇ ਪਾਕਿਸਤਾਨੀ ਮੇਰਾ ਤੇ ਸਰ ਫਖਰ ਦੇ ਨਾਲ ਬੁਲੰਦ ਹੋ ਗਿਆ, ਮੇਰੇ ਖੂਨ ਦੇ ਵਿੱਚ ਬਹੁਤ ਇਜ਼ਾਫਾ ਹੋ ਗਿਆ, ਯਕੀਨ ਮੰਨੋ। ਤੇ ਜਿਹੜੇ ਤੁਸੀਂ ਪਾਕਿਸਤਾਨ ਦੇ ਵਿੱਚ ਬਾਅਦ ਹੈਗੇ ਹੋ, ਤੁਹਾਨੂੰ ਵੀ ਇਸ ਚੀਜ਼ ਦੇ ਵਿੱਚ ਫਖਰ ਕਰਨਾ ਚਾਹੀਦਾ ਹੈ ਕਿ ਯੂਕੇ ਦੀ ਪਾਰਲੀਮੈਂਟ ਦੇ ਵਿੱਚ ਪਾਕਿਸਤਾਨ ਦੇ ਨਾਅਰੇ ਲੱਗ ਰਹੇ ਨੇ, ਪਾਕਿਸਤਾਨ ਨੂੰ ਸਰਾਹਾ ਜਾ ਰਿਹਾ, ਪਾਕਿਸਤਾਨ ਦੇ ਕਿਰਦਾਰ ਨੂੰ ਸਰਾਹਾ ਜਾ ਰਿਹਾ। ਇੱਕ ਵਕਤ ਸੀ ਜਦੋਂ ਪਾਕਿਸਤਾਨ ਨੂੰ ਕੋਈ ਮੂੰਹ ਨਹੀਂ ਲਾਉਂਦਾ ਸੀ, ਪਾਕਿਸਤਾਨ ਆਈਸੋਲੇਟ ਦਾ ਸ਼ਿਕਾਰ ਹੋ ਗਿਆ ਸੀ, ਤਨਹਾਈ ਦੇ ਵਿੱਚ ਚਲਾ ਗਿਆ ਸੀ। ਅੱਜ ਅਲਹਮਦੁਲਿਲਾ ਪਾਕਿਸਤਾਨ ਪੂਰੀ ਦੁਨੀਆ ਦੇ ਵਿੱਚ ਰਾਜ ਕਰ ਰਿਹਾ ਤੇ ਪੂਰੀ ਦੁਨੀਆ ਐਕਨੋਲੇਜ ਕਰ ਰਹੀ, ਪੂਰੀ ਦੁਨੀਆ ਤਾਰੀਫ ਕਰਦੀ ਹੈ। ਪ੍ਰਾਈਮ ਮਿਨਿਸਟਰ ਜਿਹੜੇ ਹੈਗੇ ਨੇ ਕੀਅਰ ਸਟਾਰਮਰ ਸਾਹਿਬ, ਉਹਨਾਂ ਨੇ ਪਾਕਿਸਤਾਨ ਦੇ ਵਜ਼ੀਰ ਆਜ਼ਮ ਦੀ ਬੇਇੰਤਹਾ ਤਾਰੀਫ ਕੀਤੀ ਹੈ ਤੇ ਫੀਲਡ ਮਾਰਸ਼ਲ ਸਾਹਿਬ ਦੀ ਬੇਇੰਤਹਾ ਤਾਰੀਫ ਕੀਤੀ ਹੈ, ਉਹਨਾਂ ਦੇ ਕਿਰਦਾਰ ਦੀ, ਉਹਨਾਂ ਦੇ ਕੰਮ ਦੀ, ਕਿ ਜਿਸ ਤਰ੍ਹਾਂ ਦਿਨ ਰਾਤ ਉਹ ਆਪਣੀਆਂ ਨੀਂਦਰਾਂ ਹਰਾਮ ਕਰਕੇ ਤੇ ਅਮਨ ਵਾਸਤੇ ਕੋਸ਼ਿਸ਼ਾਂ ਕਰਦੇ ਨੇ, ਤੇ ਉਹਦੀ ਤਾਰੀਫ ਵੀ ਕੀਤੀ ਹੈ। ਨਾ ਸਿਰਫ ਤਾਰੀਫ ਕੀਤੀ ਹੈ ਬਲਕਿ ਕਿ ਇੰਗਲੈਂਡ ਦੇ ਜਿਹੜੇ ਪ੍ਰਾਈਮ ਮਿਨਿਸਟਰ ਨੇ, ਪੂਰੀ ਪਾਰਲੀਮੈਂਟ ਜਿਹੜੀ ਹੈਗੀ ਹੈ, ਮੈਂਬਰਸ ਆਫ MP ਜਿਹੜੇ ਜਿੰਨੇ ਵੀ ਹੈਗੇ ਨੇ, ਉਹਨਾਂ ਨੇ ਜਨਾਬ ਇਹ ਵੀ ਕਿਹਾ ਕਿ ਅਸੀਂ ਪਾਕਿਸਤਾਨ ਦੀ ਭਰਪੂਰ ਮਦਦ ਕਰਾਂਗੇ, ਤਾਵਨ ਦੀ ਵੀ ਪੇਸ਼ਕਸ਼ ਕੀਤੀ ਹੈ ਕਿ ਜੀ ਪਾਕਿਸਤਾਨ ਦੇ ਵਾਸਤੇ ਸਾਡੀ ਜਾਨ ਵੀ ਹਾਜ਼ਰ ਹੈ, ਸਾਡੀ ਪੂਰੀ ਤਾਵਨ ਹਾਜ਼ਰ ਹੈਗਾ, ਅਸੀਂ ਇਨਸ਼ਾਅੱਲਾ ਤਾਲਾ ਜੋ ਅਸੀਂ ਹੋ ਸਕੇਗਾ ਇਹ ਜੰਗ ਰੁਕਵਾਉਣ ਦੇ ਵਿੱਚ ਆਪਣਾ ਅਹਿਮ ਕਿਰਦਾਰ ਅਦਾ ਕਰਾਂਗੇ ਇਨਸ਼ਾਅੱਲਾ ਤਾਲਾ। ਤੇ ਲਿਹਾਜ਼ਾ ਇਹ ਇੱਕ ਖਬਰ ਹੈਗੀ ਸੀ, ਇਹ ਮੈਂ ਤੁਹਾਨੂੰ ਦੱਸਣੀ ਸੀ ਜਿਹੜੀ ਕਿ UK ਵੱਲੋਂ ਆਈ ਹੈ। ਦੂਸਰੀ ਇਹ ਇੱਕ ਅਫਸੋਸਨਾਕ ਖਬਰ ਹੈਗੀ ਹੈ ਮੇਰੀ ਨਜ਼ਰ ਦੇ ਵਿੱਚ, ਉਹ ਇਹ ਵੇ ਕਿ ਹਾਲੀਆ ਇੱਕ ਸਰਵੇ ਹੋਇਆ ਹੈ, ਇੱਕ ਰਿਪੋਰਟ ਸਾਹਮਣੇ ਆਈ ਹੈ ਕਿ ਪਾਕਿਸਤਾਨੀ ਜਿੰਨੇ ਵੀ ਇੱਥੇ ਆ ਰਹੇ ਨੇ ਸਟੂਡੈਂਟ ਬਣ ਕੇ ਤੇ ਜਾਂ ਵਰਕ ਵੀਜ਼ੇ ਤੇ, ਉਹਨਾਂ ਦੇ ਜਨਾਬ ਵੀਜ਼ੇ ਜਿਹੜੇ ਨੇ ਨਾ ਹੁਣ ਖਤਮ ਹੋਣੇ ਸ਼ੁਰੂ ਹੋ ਗਏ ਨੇ। ਕਈਆਂ ਦੇ ਵੀਜ਼ੇ ਖਤਮ ਹੋ ਚੁੱਕੇ ਨੇ ਤੇ ਕਈਆਂ ਦੇ ਖਤਮ ਹੋ ਰਹੇ ਨੇ। ਤੇ ਜਨਾਬ ਇਹ ਜਿਹੜੀ ਬਾਰਡਰ ਏਜੰਸੀ ਨਾ, UK ਬਾਰਡਰ ਏਜੰਸੀ, ਉਹਨਾਂ ਨੇ ਜਨਾਬ ਇੱਕ ਤਹਿਕੀਕਾਤ ਕੀਤੀਆਂ ਨੇ ਤੇ ਉਹਦੀ ਇੱਕ ਰਿਪੋਰਟ ਸ਼ਾਇਆ ਕੀਤੀ ਹੈ, ਜਾਰੀ ਕੀਤੀ ਹੈ। ਉਹ ਰਿਪੋਰਟ ਇਹ ਵੇ ਕਿ ਇਹ ਜਿੰਨੇ ਵੀ ਸਟੂਡੈਂਟ ਤੇ ਵਰਕ ਪਰਮਿਟ ਤੇ ਆਏ ਹੋਏ ਨੇ ਨਾ, ਇਹਨਾਂ ਦੇ ਜ਼ਿਆਦਾਤਰ ਵੀਜ਼ੇ ਖਤਮ ਹੋ ਚੁੱਕੇ ਨੇ ਤੇ ਕਈਆਂ ਦੇ ਵੀਜ਼ੇ ਖਤਮ ਹੋਣ ਵਾਲੇ ਨੇ। ਇਹਨਾਂ ਨੇ ਹੁਣ ਕੀ ਕੀਤਾ ਹੈ ਕਿ ਇਹਨਾਂ ਨੇ ਜਨਾਬ ਆਪਣੇ ਆਪ ਨੂੰ ਹਮ ਜਿਨਸ ਪ੍ਰਸਤ ਜ਼ਾਹਿਰ ਕੀਤਾ ਹੈ ਤੇ ਆਪਣਾ ਕੇਸ ਹੁਣ ਇਹ ਕਹਿ ਕੇ ਪਾਈ ਜਾ ਰਹੇ ਨੇ ਕਿ ਜੀ ਅਸੀਂ ਹਮ ਜਿਨਸ ਪ੍ਰਸਤ ਨੇ। ਉਹਦੇ 'ਚ ਕੁੜੀਆਂ ਵੀ ਨੇ, ਉਹਦੇ 'ਚ ਮੁੰਡੇ ਵੀ ਹੈਗੇ ਨੇ,
ਠੀਕ ਹੈ, ਉਹਦੇ 'ਚ ਕੁੜੀਆਂ ਵੀ ਨੇ, ਉਹਦੇ 'ਚ ਮੁੰਡੇ ਵੀ ਨੇ, ਜਿਹੜੇ ਕਹਿ ਰਹੇ ਨੇ ਕਿ ਅਸੀਂ ਹਮ ਜਿਨਸ ਪ੍ਰਸਤ ਹੈਗੇ ਹਾਂ ਤੇ ਲਿਹਾਜ਼ਾ ਸਾਨੂੰ ਇੱਥੇ ਰਹਿਣ ਦੀ ਇਜਾਜ਼ਤ ਦਿੱਤੀ ਜਾਏ, ਸਾਨੂੰ ਸਿਆਸੀ ਪਨਾਹ ਦਿੱਤੀ ਜਾਏ ਕਿ ਅਸੀਂ ਪਾਕਿਸਤਾਨ ਨਹੀਂ ਜਾਣਾ। ਜੇ ਅਸੀਂ ਪਾਕਿਸਤਾਨ ਗਏ ਤੇ ਸਾਨੂੰ ਸਾਡੇ ਲੋਕ ਮਾਰ ਦੇਣਗੇ। ਸਾਡਾ ਮਜ਼ਹਬ ਇਸ ਚੀਜ਼ ਦੇ ਖਿਲਾਫ ਹੈ ਤੇ ਅਸੀਂ ਜਿਹੜਾ ਨਾ ਆਪਣੇ ਮਜ਼ਹਬ ਦੇ ਖਿਲਾਫ ਇਹ ਕੰਮ ਕਰ ਰਹੇ ਹਾਂ, ਆਪਣੇ ਮਜ਼ਹਬ ਦੇ ਖਿਲਾਫ ਇਹ ਕੰਮ ਕਰ ਰਹੇ ਹਾਂ ਕਿ ਅਸੀਂ ਹਮ ਜਿਨਸ ਪ੍ਰਸਤੀ ਕਰ ਰਹੇ ਹਾਂ, ਕੁੜੀਆਂ ਕੁੜੀਆਂ ਦੇ ਨਾਲ ਤੇ ਮੁੰਡੇ ਮੁੰਡਿਆਂ ਦੇ ਨਾਲ, ਯਾਨੀ ਕਿ ਕੌਮੇ ਲੂਤ ਵਾਲਾ ਕੰਮ ਹੋ ਰਿਹਾ। ਹੁਣ ਤੁਸੀਂ ਆਪ ਹਿਸਾਬ ਲਾਓ ਕਿ ਇਹਨਾਂ ਪਾਕਿਸਤਾਨੀਆਂ ਦੇ ਦਿਮਾਗ ਨੂੰ ਕੀ ਹੋ ਗਿਆ ਹੈ, ਇਹਨਾਂ ਦੀ ਅਕਲ ਕਿੱਧਰ ਚਲੀ ਗਈ ਹੈ ਕਿ ਇਹ ਨਾ ਸਿਰਫ ਆਪਣੇ ਮੁਲਕ ਨੂੰ ਬਦਨਾਮ ਕਰਦੇ ਨੇ ਬਲਕਿ ਆਪਣੇ ਮਜ਼ਹਬ ਨੂੰ ਵੀ ਬਦਨਾਮ ਕਰਦੇ ਨੇ। ਇਹ ਦੱਸ ਰਹੇ ਨੇ ਕਿ ਲੋ ਜੀ ਕਿ ਸਾਡੇ ਮਜ਼ਹਬ ਦੇ ਵਿੱਚ, ਕਿਉਂਕਿ ਇਹ ਤੇ ਪਤਾ ਹੈ ਪੂਰੀ ਦੁਨੀਆ ਨੂੰ ਕਿ ਜੀ ਕਿ ਇਸਲਾਮ ਇਸ ਚੀਜ਼ ਨੂੰ ਪਸੰਦ ਨਹੀਂ ਕਰਦਾ, LGBT, ਠੀਕ ਹੈ, ਕੌਮੇ ਲੂਤ, ਹਮ ਜਿਨਸ ਪ੍ਰਸਤੀ ਨੂੰ ਇਸਲਾਮ ਪਸੰਦ ਨਹੀਂ ਕਰਦਾ ਤੇ ਇਹਦੀ ਇਜਾਜ਼ਤ ਨਹੀਂ ਦਿੰਦਾ। ਤੇ ਮਰੋ ਤੁਸੀਂ ਇੱਥੇ ਰਹਿਣਾ ਹੀ ਹੈ, ਜੇ ਕੋਈ ਆਪਣਾ ਕੋਈ ਸਿਲਸਿਲਾ ਚਲਾਣਾ ਹੀ ਹੈ ਤੇ ਜ਼ਰੂਰ ਇਹ ਗੰਦਾ ਕੰਮ ਕਰਨਾ ਹੈ। ਬੜੇ ਅਫਸੋਸ ਦੀ ਗੱਲ ਹੈਗੀ ਹੈ। ਯਕੀਨ ਮੰਨੋ ਕਿ ਅੱਛਾ ਮੈਂ ਹੁਣ ਤੁਹਾਨੂੰ ਦੱਸਾਂ, ਤੁਸੀਂ ਯਕੀਨ ਨਹੀਂ ਕਰੋਗੇ ਜਨਾਬ ਕਿ ਇਹਨਾਂ ਵਿੱਚ ਜਿਹੜੇ ਨੇ ਨਾ ਜ਼ਿਆਦਾਤਰ ਉਹ ਹੈਗੇ ਨੇ ਜਿਨ੍ਹਾਂ ਦਾ ਤਾਲੁਕ PTI ਦੇ ਨਾਲ ਹੈਗਾ। ਉਹ ਕੁੜੀਆਂ ਤੇ ਉਹ ਮੁੰਡੇ ਨੇ ਜਿਹੜੇ PTI ਦੇ ਹੈਗੇ ਨੇ, ਇਮਰਾਨ ਲਵਰ ਹੈਗੇ ਨੇ, ਯੂਥੀਏ ਤੇ ਯੂਥਣਾ ਹੈਗੀਆਂ ਨੇ। ਮੈਂ ਬਿਲਕੁਲ ਗਰੰਟੀ ਦੇ ਨਾਲ ਗੱਲ ਕਰ ਰਿਹਾ ਕਿਉਂਕਿ ਉਹ ਲੋਕ ਆਂਦੇ ਹੁੰਦੇ ਸਨ ਐਵਨਫੀਲਡ ਦੇ ਬਾਹਰ ਖੜੇ ਹੋ ਕੇ ਤੇ ਜਿਹੜੇ ਨਾਰੇ ਨੂਰੇ ਲਾਉਂਦੇ ਸਨ, ਬਕਵਾਸ ਵਗੈਰਾ ਕਰਦੇ ਸਨ, ਠੀਕ ਹੈ। ਤੇ ਇਹ ਉਹ ਜਿਹੜੇ ਸਨ ਉਹਨਾਂ ਦਾ ਜ਼ਿਆਦਾਤਰ ਜਿਹੜਾ ਸੀ ਨਾ ਰੁਝਾਨ LGBT ਵਾਲੇ ਦਾ ਸੀ, ਠੀਕ ਹੈ ਜਨਾਬ। ਉਹਨਾਂ ਦੇ ਕਈ ਐਸੇ ਲੋਕ ਨੇ ਜਿਨ੍ਹਾਂ ਦੇ ਨਾਲ ਮੇਰੇ ਤਾਲੁਕਾਤ ਨੇ, ਮੇਰੀ ਯਾਰੀ ਦੋਸਤੀ ਇਹ, ਤੇ ਉਹਨਾਂ ਨੇ ਮੈਨੂੰ ਬਕਾਇਦਾ ਆਇਡੈਂਟੀਫਾਈ ਕਰਾਇਆ ਕਿ ਇਹ ਕੁੜੀ ਜਿਹੜੀ ਹੈਗੀ ਨਾ ਇਹ ਹਮਜਿਨਸ ਪ੍ਰਸਤ ਹੈਗੀ ਤੇ ਉਹ ਮੁੰਡਾ ਜਿਹੜਾ ਉਹ ਵੀ ਹਮਜਿਨਸ ਪ੍ਰਸਤ ਹੈਗਾ। ਇਹ ਹੋ ਚੁੱਕੇ ਨੇ, ਹੁਣ ਨਾ ਸਿਰਫ ਇਹਨਾਂ ਕੇ ਕੇਸ ਪਾਇਆ ਬਲਕਿ ਇਹ ਹੋ ਚੁੱਕੇ ਨੇ, ਇਹ ਅਮਲੀ ਤੌਰ ਤੇ ਵੀ ਅੱਲਾ ਮਾਫੀ ਦੇ ਕੰਮ ਕਰਦੇ ਨੇ, ਠੀਕ ਹੈ। ਤੇ ਇਹ ਬੜੀ ਗਲਤ ਗੱਲ ਹੈਗੀ ਹੈ, ਬਹੁਤ ਹੀ ਪਾਕਿਸਤਾਨ ਨੂੰ ਬਦਨਾਮ ਕਰਨ ਦੀ ਤੇ ਆਪਣੇ ਮਜ਼ਹਬ ਨੂੰ ਬਦਨਾਮ ਕਰਨ ਦੀ ਜਿਹੜੀ ਨਾ ਗੱਲ ਹੈ ਕਿ ਤੁਸੀਂ ਸਿਰਫ ਦੁਨੀਆ ਦੇ ਵਿੱਚ ਜਿਹੜਾ ਨਾ ਇੱਕ ਮਰਤਬਾ ਹਾਸਿਲ ਕਰਨਾ ਜਾਂ ਕੋਈ ਆਪਣਾ ਸੋਰਸ ਆਫ ਇਨਕਮ ਵਾਸਤੇ ਜਿਹੜਾ ਨਾ ਤੁਸੀਂ ਗਲਤ ਰਸਤਾ ਇਖਤਿਆਰ ਕਰਦੇ ਹੋ। ਹਾਲਾਂਕਿ ਅੱਲਾਹ ਤਾਲਾ ਨੇ ਕੁਰਾਨ ਪਾਕ ਦੇ ਵਿੱਚ ਇਰਸ਼ਾਦ ਫਰਮਾਇਆ ਵਾਜ਼ਿਹ ਤੌਰ ਤੇ ਕਿ ਬਈ ਤੁਸੀਂ ਹੱਕ ਹਲਾਲ ਤਰੀਕੇ ਤੋਂ ਕਮਾਓ ਤੇ ਹਰਾਮ ਤਰੀਕੇ ਤੋਂ ਮਤ ਕਮਾਓ ਤੇ ਮੇਰੇ ਵੱਲ ਜਿਹੜਾ ਨਾ ਉਮੀਦ ਰੱਖੋ ਤੇ ਮੇਰੇ ਕੋਲੋਂ ਮੰਗੋ ਤੇ ਮੈਂ ਤੁਹਾਨੂੰ ਦੇਵਾਂਗਾ। ਲੇਕਿਨ ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਹਮ ਜਿਨਸ ਪ੍ਰਸਤੀ ਵਾਲਾ ਰਸਤਾ ਇਖਤਿਆਰ ਕਰਕੇ ਤੇ ਜਨਾਬ ਆਪਣੇ ਆਪ ਨੂੰ ਤੇ ਖੈਰ ਬੁਰਾ ਕੀ ਬਣਾਇਆ ਹੀ ਹੈ, ਆਪਣੇ ਮਜ਼ਹਬ ਤੇ ਆਪਣੇ ਮੁਲਕ ਨੂੰ ਵੀ ਬੁਰਾ ਬਣਾਇਆ। ਤੇ ਮੈਂ ਬਿਲਕੁਲ ਆਪਣੀ ਗੱਲ ਤੇ ਕਾਇਮ ਹਾਂ ਕਿ ਜ਼ਿਆਦਾਤਰ ਦਾ ਤਾਲੁਕ ਜਿਹੜਾ ਹੈਗਾ ਨਾ ਉਹ PTI ਦੇ ਨਾਲ ਹੈਗਾ, ਠੀਕ ਹੈ। ਉਹ ਪੱਕੇ ਯੂਥੀਏ ਤੇ ਪੱਕੀਆਂ ਯੂਥਣਾ ਨੇ ਜਿਹੜੀਆਂ ਐਵਨ ਫੀਲਡ ਦੇ ਬਾਹਰ ਆ ਕੇ ਤੇ ਬਕਵਾਸੀਅਤ ਕਰਦੇ ਸਨ, ਨਾਅਰੇਬਾਜ਼ੀ ਕਰਦੇ ਸਨ, ਠੀਕ ਹੈ। ਤੇ ਮੈਂ ਜੇ ਵਕਤ ਆਇਆ ਜੇ ਉਹ ਇਨਸ਼ਾਅੱਲਾ ਤਾਲਾ ਕਦੀ ਐਕਸਪੋਜ਼ ਹੋਏ ਤੇ ਫਿਰ ਮੈਂ ਉਹਨਾਂ ਦੀਆਂ ਸ਼ਕਲਾਂ ਵੀ ਤੁਹਾਨੂੰ ਜ਼ਰੂਰ ਵਿਖਾਵਾਂਗਾ ਇਨਸ਼ਾਅੱਲਾ ਤਾਲਾ। ਲੇਕਿਨ ਮੈਂ ਤੁਹਾਨੂੰ ਬਿਲਕੁਲ ਗਰੰਟੀ ਦੇ ਨਾਲ ਕਹਿ ਰਿਹਾ ਕਿ ਜ਼ਿਆਦਾਤਰ ਜਿਹੜੇ ਨੇ ਨਾ ਇਹ ਹਮਜਿਨਸ ਪ੍ਰਸਤੀ ਦੇ ਵਿੱਚ ਇਹ PTI ਇਮਰਾਨ ਲਵਰ ਯੂਥੀਏ ਤੇ ਯੂਥਣਾ ਨੇ। ਅੱਛਾ ਹੁਣ ਇੱਕ ਆਖਰੀ ਖਬਰ ਹੈ ਵੇ ਕਿ ਅਲੀਮਾ ਖਾਨ, ਨੂਰੀਨ ਖਾਨ ਤੇ ਉਜ਼ਮਾ ਖਾਨ ਨੇ ਫੱਡਾ ਪਾ ਲਿਆ ਸਲਮਾਨ ਅਕਰਮ ਰਾਜਾ ਦੇ ਨਾਲ। ਸਲਮਾਨ ਅਕਰਮ ਰਾਜਾ ਸਾਹਿਬ ਜਿਹੜੇ ਨੇ ਉਹ ਜਨਰਲ ਸੈਕਟਰੀ ਨੇ PTI ਦੇ ਤੇ ਉਹਨਾਂ ਦੀ ਕੱਲ੍ਹ ਦੀ ਇੱਕ ਬੜੀ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਉਹ ਕਹਿ ਰਹੇ ਨੇ ਕਿ ਜੀ ਕਿ ਮੈਂ ਲਾਨਤ ਭੇਜਣਾ ਇਸ ਅਹੁਦੇ ਤੇ, ਮੈਂ ਥੁੱਕਣਾ। ਤੇ ਅਲੀਮਾ ਖਾਨ ਕੌਣ ਹੁੰਦੀ ਹੈ ਮੇਰੇ ਨਾਲ ਇਸ ਤਰ੍ਹਾਂ ਦੀ ਗੱਲ ਕਰਨ ਵਾਲੀ, ਮੈਂ ਕਈ ਵਾਰੀ ਇਹ ਉਹਦਾ ਚੁੱਕ ਕੇ ਉਹਦੇ ਮੂੰਹ ਤੇ ਮਾਰਿਆ। ਉਹ ਜਿਹੜੀ ਉਹਨੂੰ ਤਮੀਜ਼ ਕੋਈ ਨਹੀਂ, ਉਹਨੂੰ ਤਰੀਕਾ ਕੋਈ ਨਹੀਂ, ਬਦਤਮੀਜ਼ੀ ਕਰਦੀ ਉਹ ਹਰ ਇੱਕ ਨੂੰ। ਉਹਨੇ ਆਪਣਾ ਨੌਕਰ ਬਣਾਇਆ, ਗੁਲਾਮ ਬਣਾਇਆ। ਅਸੀਂ ਨਾ ਤੇ ਉਹਦੇ ਨੌਕਰਾਂ ਨਾ ਗੁਲਾਮ ਹੈਗੇ ਤੇ ਇਹ ਪਿਆ ਉਹਦਾ। ਤੇ ਇਹ ਮੇਰੇ ਦਫ਼ਤਰ ਦੇ ਵਿੱਚ ਆਈਆਂ ਸਨ ਇਮਰਾਨ ਖਾਨ ਦੇ ਕਹਿਣ ਤੇ ਉਹਨਾਂ ਨੇ ਕਿਹਾ ਸੀ ਜੀ ਕਿ ਸਲਮਾਨ ਅਕਰਮ ਰਾਜਾ ਨੂੰ ਇਹ ਅਹੁਦਾ ਦੇ ਦਿਓ ਤੇ ਮੈਂ ਤੇ ਲੈਣਾ ਵੀ ਨਹੀਂ ਚਾਹੁੰਦਾ ਸੀ। ਤੇ ਹੁਣ ਫੱਡਾ ਕੀ ਹੈਗਾ ਜਨਾਬ, ਫੱਡਾ ਇਹ ਹੈਗਾ ਮੈਂ ਤੁਹਾਨੂੰ ਦੱਸਣਾ। ਅਲੀਮਾ ਖਾਨ ਜਿਹੜੀ ਨਾ ਉਹ ਇੰਤਸ਼ਾਰ ਜਿਹੜੀ ਨਾ ਉਹ ਚਾਹੁੰਦੀ ਹੈ ਕਿ ਜੀ ਕਿ ਮੁਲਕ ਦੇ ਵਿੱਚ ਅਮਨ ਕਿਉਂ ਹੈਗਾ, ਸਕੂਨ ਕਿਉਂ ਹੈਗਾ, ਲੋਕੀ ਸਕੂਨ ਦੀ ਰੋਟੀ ਕਿਉਂ ਖਾ ਰਹੇ ਨੇ, ਬੱਚੇ ਸਕੂਲੇ ਕਿਉਂ ਜਾ ਰਹੇ ਨੇ, ਕਾਲਜ ਕਿਉਂ ਜਾ ਰਹੇ ਨੇ, ਯੂਨੀਵਰਸਿਟੀ ਕਿਉਂ ਜਾ ਰਹੇ ਨੇ, ਸਕੂਲ ਕਾਲਜ ਕਿਉਂ ਖੁੱਲੇ ਨੇ, ਬੰਦ ਹੋ ਜਾਣ, ਕਾਰੋਬਾਰੀ ਦਫਾਤਰ ਬੰਦ ਹੋ ਜਾਣ, ਤਬਾਹੋ ਬਰਬਾਦ ਹੋ ਜਾਏ ਸਭ ਕੁਝ। ਜਿਸ ਤਰ੍ਹਾਂ 4 ਸਾਲ ਇਮਰਾਨ ਖਾਨ ਨੇ ਕੀਤਾ ਉਹੀ ਦੌਰ ਵਾਪਸ ਆ ਜਾਏ। ਤੇ ਅਲੀਮਾ ਖਾਨ ਇਹ ਚਾਹ ਰਹੀ ਹੈ, ਨੂਰੀਨ ਖਾਨ, ਉਜ਼ਮਾ ਖਾਨ, ਇਹ ਤਿੰਨੇ ਹੀ ਭੈਣਾਂ ਇਹ ਚਾਹ ਰਹੀਆਂ ਨੇ ਕਿ ਜੀ ਸਾਸੀ ਤੇ ਹਰਾਮ ਦੀ ਕਮਾਈ ਖਾ ਰਹੇ ਹਾਂ
ਅਸੀਂ ਤਾਂ ਸ਼ੌਕਤ ਖਾਨਮ ਤੋਂ ਜਿਹੜੀ ਫੰਡ ਸਾਨੂੰ ਮਿਲ ਰਿਹਾ ਮਨੀ ਲਾਂਡਰਿੰਗ ਦੇ ਜ਼ਰੀਏ ਜਿਸ ਨਾਲ ਸਾਨੂੰ ਪੈਸਾ ਆ ਰਿਹਾ ਤੇ ਅਸੀਂ ਉਹ ਤੇ ਖਾ ਰਹੇ ਹਾਂ, ਸਾਡਾ ਘਰ ਚਲੇ ਲੇਕਿਨ ਦੂਸਰੇ ਦਾ ਘਰ ਨਾ ਚਲੇ। ਜਿਹੜੇ ਗਰੀਬ ਗੁਰਬਾ ਨੇ ਬੱਚੇ ਜਿਨ੍ਹਾਂ ਦੇ ਸਕੂਲੇ ਪੜ੍ਹਦੇ ਨੇ ਮਜ਼ਦੂਰ ਭੇਜ ਉਹਨਾਂ ਦਾ ਘਰ ਨਾ ਚਲੇ, ਬਸ ਸਾਡਾ ਚਲੇ। ਇਹ ਦੁਸ਼ਮਣ ਹੈਗੇ ਨੇ, ਇਹ ਜਿੰਨੀਆਂ ਵੀ ਹੈਗੇ ਨੇ ਨਾ ਨਿਆਜ਼ੀ ਖਾਨਦਾਨ ਸ਼ੌਕਤ ਖਾਨਮ ਦੀ ਜਿਹੜੀ ਆਲ ਔਲਾਦ ਹੈਗੀ ਨਾ, ਇਹ ਸਾਰੇ ਹੀ ਜਿਹੜੇ ਨੇ ਨਾ ਇਹ ਦੁਸ਼ਮਣ ਨੇ ਪਾਕਿਸਤਾਨ ਦੇ। ਹੁਣ ਉਹ ਕਹਿੰਦੀ ਹੈ ਅਲੀਮਾ ਖਾਨ ਇਹ ਤਿੰਨੀ ਭੈਣਾਂ ਕਿ ਜੀ ਕਿ ਤੁਸੀਂ 10-10 ਹਜ਼ਾਰ ਬੰਦਾ ਜਿਹੜਾ ਨਾ ਉਹ ਲੈ ਕੇ ਆਓ ਡਿਆਲਾ ਦੇ ਬਾਹਰ ਤੇ ਇੱਥੇ ਤੋੜ-ਫੜ ਕਰੋ, ਲੜਾਈਆਂ ਕਰੋ, ਗੋਲੀਆਂ ਚਲਾਓ, ਠੀਕ ਹੈ। ਹੁਣ ਸਲਮਾਨ ਅਕਰਮ ਰਾਜਾ ਤੇ ਇਹਦੀ ਹੀ ਸੋਚ ਰੱਖਣ ਵਾਲੇ ਬੰਦੇ ਜਿੰਨੇ ਜ਼ਿਆਦਾਤਰ ਜਿਹੜੇ ਨੇ ਉਹ ਕਹਿੰਦੇ ਨੇ ਕਿ ਇਹ ਮਾਈ ਪਾਗਲ ਹੋ ਗਈਆਂ ਨੇ, ਇਹ ਤਿੰਨੇ ਮਾਈਆਂ ਪਾਗਲ ਨੇ। ਇਹ ਕਹਿੰਦੀਆਂ ਨੇ ਕਿ ਅਸੀਂ ਖੂਨ ਦੀ ਹੋਲੀ ਖੇਲੀਏ, ਗੋਲੀਆਂ ਚਲਾ ਦਿੱਤੀਏ ਤੇ ਲਾਸ਼ਾਂ ਲਾ ਦੀ, ਤੇ ਕਹਿੰਦੇ ਇਸ ਤਰ੍ਹਾਂ ਨਾ ਤੇ ਇਮਰਾਨ ਖਾਨ ਨੇ ਬਾਹਰ ਆਣਾ ਤੇ ਨਾ ਹੀ ਮਸਲੇ ਹੱਲ ਹੋਣੇ ਨੇ। ਇਹ ਮਸਲਿਆਂ ਨੂੰ ਵਧਾਉਣਾ ਚਾਹ ਰਹੀਆਂ ਨੇ, ਮਸਲਿਆਂ ਨੂੰ ਹੋਰ ਖਰਾਬ ਕਰ ਰਹੀਆਂ ਨੇ। ਅਸੀਂ ਮਸਲੇ ਨੂੰ ਸੁਲਝਾਉਣਾ ਚਾਹ ਰਹੇ ਹਾਂ, ਅਸੀਂ ਮੁਜ਼ਾਕਰਾਤ ਕਰ ਰਹੇ ਹਾਂ ਤੇ ਅਸੀਂ ਚਾਹ ਰਹੇ ਹਾਂ ਕਿ ਕਿਸੇ ਤਰੀਕੇ ਨਾਲ ਇਮਰਾਨ ਖਾਨ ਨੂੰ ਜਿਹੜਾ ਨਾ ਕੋਈ ਰਿਹਾਈ ਮਿਲੇ, ਕੋਈ ਸਹੂਲਤ ਮਿਲੇ, ਲੇਕਿਨ ਇਹ ਇਮਰਾਨ ਖਾਨ ਦੀ ਜ਼ਿੰਦਗੀ ਹੋਰ ਤੰਗ ਕਰ ਰਹੀਆਂ ਨੇ। ਮੈਂ ਤੁਹਾਨੂੰ ਇਹ ਵੀ ਕਹਿ ਦਿਆਂ ਕਿ ਇਹ ਲੋਕ ਜਦੋਂ ਆਪਸ ਵਿੱਚ ਬੈਠਦੇ ਨੇ ਨਾ, ਇਹ ਸਲਮਾਨ ਅਕਰਮ ਰਾਜਾ ਤੇ ਗੌਹਰ ਖਾਨ ਵਗੈਰਾ ਜਿੰਨੇ ਵੀ ਨੇ, ਇਹ ਜਨਾਬ ਜਦੋਂ ਆਪਸ ਵਿੱਚ ਬੈਠਦੇ ਨੇ ਇਹ ਕਹਿੰਦੇ ਨੇ ਕਿ ਇਮਰਾਨ ਖਾਨ ਦਾ ਹੋਰ ਕੋਈ ਦੁਸ਼ਮਣ ਨਹੀਂ। ਇਹ ਸਮਝ ਰਹੇ ਨੇ ਕਿ ਆਸਿਮ ਮੁਨੀਰ ਜਿਹੜਾ ਹੈ ਇਮਰਾਨ ਖਾਨ ਦਾ ਦੁਸ਼ਮਣ ਹੈ ਜਾਂ ਸ਼ਬਾਜ਼ ਸ਼ਰੀਫ ਜਾਂ ਜਿਹੜੇ ਮੁਖਾਲਿਫ ਨਹੀਂ, ਕਹਿੰਦੇ ਉਹ ਦੁਸ਼ਮਣ ਨਹੀਂ, ਦੁਸ਼ਮਣ ਇਹਦੀਆਂ ਆਪਣੀਆਂ ਭੈਣਾਂ ਨੇ, ਇਹਦਾ ਆਪਣਾ ਖਾਨਦਾਨ ਹੈ ਸਾਰਾ, ਜਿਹੜਾ ਇਮਰਾਨ ਖਾਨ ਨੂੰ ਜਿਹੜਾ ਨਾ ਉਹ ਖੁਸ਼ੀ ਨਹੀਂ ਦੇਖਣਾ ਚਾਹੁੰਦਾ ਕਿ ਉਹਨੂੰ ਕੋਈ ਰਿਹਾਈ ਮਿਲੇ, ਕਿਉਂਕਿ ਉਹ ਬਾਹਰ ਆ ਗਿਆ ਤੇ ਸਾਡੀ ਤੇ ਫਿਰ ਕੋਈ ਕਿਸੇ ਨੇ ਸਾਨੂੰ ਪੁੱਛਣਾ ਤਾਂ ਨਹੀਂ, ਫਿਰ ਇਮਰਾਨ ਖਾਨ ਹੀ ਹੋਏਗਾ ਪੂਰੇ ਮੀਡੀਆ ਦੇ ਵਿੱਚ। ਤੇ ਲਿਹਾਜ਼ਾ ਇਸ ਗੱਲੋਂ ਜਿਹੜਾ ਨਾ ਇਹਨਾਂ ਨੂੰ ਵਕਤ ਪਿਆ ਕਿ ਇਮਰਾਨ ਖਾਨ ਬਾਹਰ ਦਾ ਤੇ ਇਸੇ ਗੱਲੋਂ ਚਾਹ ਰਹੇ ਨੇ ਕਿ ਲੋ ਜੀ ਕਿ ਇੰਤਸ਼ਾਰ ਹੋਏ, ਗੋਲੀਆਂ ਚੱਲਣ, ਲਾਸ਼ਾਂ ਡਿੱਗਣ, ਠੀਕ ਹੈ, ਤੇ ਜਿਹੜਾ ਨਾ ਕੋਈ ਇਮਰਾਨ ਖਾਨ ਨੂੰ ਸਹੂਲਤ ਮਿਲੇ। ਤੇ ਲਿਹਾਜ਼ਾ ਸਲਮਾਨ ਅਕਰਮ ਰਾਜਾ ਨੇ ਜਿਹੜਾ ਨਾ ਉਹਨੇ ਕਿਹਾ ਕਿ ਇਹ ਅਹੁਦਾ ਮੈਂ ਇਹਨਾਂ ਦੇ ਮੂੰਹ ਤੇ ਮਾਰਦਾ ਤੇ ਮੈਂ ਹੁਣ ਜਿਹੜਾ ਨਾ ਇਹਨਾਂ ਦੇ ਕਿਸੇ ਕਿਸਮ ਦਾ ਵੀ ਜਿਹੜਾ ਨਾ ਕੋਈ ਵੀ ਅਹੁਦਾ ਰੱਖਣ ਨੂੰ ਤਿਆਰ ਨਹੀਂ ਹੈਗਾ। ਤੇ ਜਨਾਬ ਇਹ ਲੜਾਈ ਨਾ ਸਿਰਫ ਸਲਮਾਨ ਅਕਰਮ ਰਾਜਾ ਬਲਕਿ ਗੌਹਰ ਖਾਨ ਨਾਲ ਵੀ ਹੈ। ਹੁਣ ਬਕਾਇਦਾ ਮਹਿਮੂਦ ਖਾਨ ਅਚਕਜ਼ਈ ਤੇ ਉਹ ਜਿਹੜਾ ਰਾਜਾ ਨਾਸਰ ਹੈਗਾ ਉਹਦਾ ਸੈਨੇਟਰ ਦਾ ਐਪੋਜੀਸ਼ਨ ਲੀਡਰ, ਇਹਨਾਂ ਦੋਵਾਂ ਨੇ ਵੀ ਜਿਹੜਾ ਨਾ ਚੁੱਪ ਇਖਤਿਆਰ ਕਰ ਲਿੱਤੀ ਹੈ। ਉਹ ਕਹਿੰਦੇ ਨੇ ਕਿ ਜੀ ਇਹ ਦੋਵੇਂ ਭੈਣਾਂ, ਇਹ ਤਿੰਨੇ ਭੈਣਾਂ ਜਿਹੜਾ ਨਾ ਸਾਨੂੰ ਚੱਲਣ ਨਹੀਂ ਦਿੰਦੀਆਂ, ਆਪਣੀਆਂ ਮਰਜ਼ੀਆਂ ਥੋਪਦੀਆਂ, ਤੇ ਲਿਹਾਜ਼ਾ ਅਸੀਂ ਇਹਨਾਂ ਦੀ ਕੋਈ ਗੱਲ ਨਹੀਂ ਸੁਣਨੀ ਹੁਣ। ਤੇ ਜਿੰਨੀ ਦੇਰ ਤੱਕ ਸਹੀ ਸਿਆਸੀ ਵਰਕਰ, ਸਿਆਸੀ ਲੀਡਰ ਮੈਦਾਨ ਦੇ ਵਿੱਚ ਨਹੀਂ ਆ ਜਾਂਦੇ, ਅਸੀਂ ਹੁਣ ਕੁਛ ਨਹੀਂ ਕਰਨਾ। ਇਹ ਜਨਾਬ ਅੱਜ ਦੀਆਂ ਖਬਰਾਂ ਹੈਗੀਆਂ ਸਨ ਜਿਹੜੀਆਂ ਮੈਂ ਤੁਹਾਡੇ ਅੱਗੇ ਗੋਸ਼ੇ ਗੁਜ਼ਾਰ ਕਰ ਦਿੱਤੀਆਂ। ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰਾ ਵੀਲੌਗ ਪਸੰਦ ਆਏਗਾ ਤੇ ਇਨਸ਼ਾਅੱਲਾ ਤਾਲਾ ਅਗਲੇ ਵੀਲੌਗ ਦੇ ਵਿੱਚ ਦੁਬਾਰਾ ਫੇਰ ਹਾਜ਼ਰ ਹੋਣੇ ਆ। ਜੋ ਹੀ ਕੋਈ ਹੋਰ ਖਬਰਾਂ ਆਉਂਦੀਆਂ ਨੇ ਤੇ ਤੁਹਾਡੇ ਅੱਗੇ ਉਹ ਗੋਸ਼ੇ ਗੁਜ਼ਾਰ ਕਰਾਂਗੇ। ਤੇ ਤੁਸੀਂ ਬਰਾਏ ਮਿਹਰਬਾਨੀ ਆਪਣਾ ਕਮੈਂਟ ਜ਼ਰੂਰ ਕਰੋ, ਆਪਣੇ ਖਿਆਲਾਤ ਦਾ ਇਜ਼ਹਾਰ ਜ਼ਰੂਰ ਕਰੋ, ਲੇਕਿਨ ਜ਼ਰਾ ਤਹਿਦੀਬ ਦੇ ਦਾਇਰੇ ਨਾਲ। ਜਿੱਥੋਂ ਤੱਕ ਮੇਰੇ ਕੋਲ ਸਾਰੀ ਇਨਫੋਰਮੇਸ਼ਨ ਹੈ ਉਹ ਮੈਂ ਤੁਹਾਡੇ ਅੱਗੇ ਪੇਸ਼ ਕਰ ਦਿੱਤੀਆਂ ਨੇ। ਆਪਣਾ ਵੀਲੌਗ ਮੈਂ ਇਸ ਨਾਰੇ ਦੇ ਨਾਲ ਇਖਤਤਾਮ ਕਰਨਾ, ਪਾਕਿਸਤਾਨ ਹਮੇਸ਼ਾ ਜ਼ਿੰਦਾਬਾਦ।